ਵਿਆਹ ਤੋਂ ਬਾਅਦ ਬੱਚਾ ਨਹੀਂ ਹੋ ਪਾਉਂਦਾ। ਕਾਰਨ ਕੀ ਹੈ ਵੀ ਪੰਜਾਬ ਦੇ ਵਿੱਚ ਜੇ ਗੱਲ ਕਰਦੇ ਆ ਬਿਮਾਰੀ ਇੰਨੀ ਵੱਧ ਕਿਉਂ ਰਹੀ? आजकल स्मोकिंग, अल्कोहल, टोबैको ये सारा मिसयूज़ हो रहा है। बहुत सारे मेल्स आजकल बहुत ज़्यादा जिम यूज़ करते हैं जिहदे विच स्टेरॉइड्स कई बार ले लेंदे हैं मसल मास वधाउण लई। ये सारे कारण ने मेल्स च जो ओलिगोस्पर्मिया, एजोस्पर्मिया या शुक्राणु नूं अफेक्ट करते हैं। स्ट्रैस आजकल इन्ना स्ट्रैस लाइफस्टाइल से बढ़ गया है कि प्रेगनेंसी होना बिल्कुल ही डिफिकल्ट हो जा रहा है। हर पेशेंट चाहता है क्योंकि सोसाइटी प्रेशर पाती है, फैमिली प्रेशर पाती कि बच्चा क्यों नहीं हो पा रहा, या तुहाडे फ्रेंड्स नूं बच्चा हो गया सानू क्यों नहीं हो पा रहा। तुहानूं सब तो पहला अपना स्ट्रैस घटाना पएगा, चाहे वो लाइफस्टाइल चेंजेस करो, चाहे फैमिली प्रेशर घटाओ, योगा, मैडिटेशन, ये सारियां चीज़ां हेल्प कर। कल विआह बड़े लेट होंदे आ, ਵਿਆਹ ਜੇ ਹੁੰਦੇ ਆ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਵੀ ਬੱਚਾ ਜਿਹੜਾ ਹੈ ਅਸੀਂ 5-6 ਸਾਲ ਬਾਅਦ ਕਰਾਂਗੇ, ਬਾਅਦ ਚੋਂ ਅਸੀਂ ਫੈਮਿਲੀ ਪਲੈਨਿੰਗ ਸੋਚਾਂਗੇ, ਪਹਿਲਾਂ ਅਸੀਂ ਇੰਜੋਏ ਕਰ ਲਈਏ, ਪਹਿਲਾਂ ਘੁੰਮ ਫਿਰ ਲਈਏ। ਤਾਂ ਇਸ ਕਰਕੇ ਵੀ ਪ੍ਰੋਬਲਮ ਕੋਈ ਆਂਦੀ ਹੈ। अराउंड 30 पीपल हैव स्टार्टेड गेटिंग मैरिड। तो जब लेट मैरिजेस हो रही हैं तो वो बच्चा भी लेट प्लान करते हैं। जब भी एक लेडी 35 ईयर्स क्रॉस कर लेंदी है तो वो ओवेरियन रिजर्व कई बार घटना शुरू हो जाता है। आजकल इनफैक्ट यंगर कपल्स, यंगर फीमेल्स भी असी POF, प्री मैच्योर ओवेरियन फेलियर देख रहे हैं। थर्डली बहुत कॉमन फैक्टर है, कई बार लेट मैरिजेस तो पेशेंट प्रेगनेंट हो जाता है एंड दे कम फॉर अबॉर्शन। मैं तो हर पेशेंट को कहनी हाँ कि नैचुरल प्रोसैस है, यू आर बीन गिफ्टेड। अबॉर्शनस नहीं ऑप्ट करनिया चाहती। क्वेश्चन पूछण ते सीधा आंसर होंदा है असी अजे घूमे नहीं, अजे असी अजे तो अजी मैडम विआह होया जी असी बच्चा नहीं करना चाहते। दैन डोंट गो फॉर अबॉर्शनस। ईदर प्लान कि तुसी हजे प्रेगनेंसी नहीं करनी, यूज सम प्रिकॉशन। ਇੱਕ ਤੁਸੀਂ ਇਹ ਵੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਸਮੋਕਿੰਗ ਕਰਕੇ ਵੀ ਬਹੁਤ ਫਰਕ ਪੈਂਦਾ ਹੈ, ਜਿਮਿੰਗ ਕਰਕੇ ਵੀ ਫਰਕ ਪੈਂਦਾ ਹੈ। ਜ਼ਰੂਰ ਜਿਮ ਜਾਣ ਨਾਲ ਕੋਈ ਪ੍ਰੋਬਲਮ ਨਹੀਂ, ਬਟ ਜਿਮ ਜਾ ਕੇ ਜਿਹੜੇ ਸਟੀਰੋਇਡਸ ਦੇ ਇੰਜੈਕਸ਼ਨ ਲਗਾਉਂਦੇ ਆ ਜਾਂ ਫਿਰ ਡਰੱਗਸ ਲੈ ਲੈਂਦੇ ਆ, ਮੇਲ ਪਿੰਡਾਂ 'ਚ ਅਸੀਂ ਬਹੁਤ ਦੇਖਦੇ ਹਾਂ। ਇਹ ਡਰੱਗ ਅਬਿਊਜ਼ ਤਾਂ ਬੰਦ ਕਰਨਾ ਬਹੁਤ ਜ਼ਰੂਰੀ ਹੈ ਫॉर ਗੁੱਡ ਰਿਜ਼ਲਟਸ। ਨੌਜਵਾਨ ਮੁੰਡੇ ਕੁੜੀਆਂ ਹੀ ਦੋਨੋਂ, ਪਹਿਲਾਂ ਤਾਂ ਮੁੰਡੇ ਵੀ ਅਸੀਂ ਕਹਿੰਦੇ ਸੀ, ਹੁਣ ਕੁੜੀਆਂ ਵੀ ਜਿਹੜੀਆਂ ਹੁੱਕਾ ਲਾਉਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੋ ਗਏ। ਹੁੱਕਾ ਬਾਰਸ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹੈ, ਜ਼ਰੂਰ ਕਹਿ ਦਿੱਤਾ ਹੈ, ਪਰ ਹੁੱਕਾ ਪੀਣ ਦੇ ਜਿਹੜੇ ਸ਼ੌਕੀਨ ਨੇ ਕਿ ਹੁੱਕਾ ਪੀਣ ਵਾਲੀ ਲੇਡੀਜ਼ ਦਾ ਡੈਫੀਨਿਟਲੀ ਜੋ ਓਵੇਰੀਅਨ ਰਿਜ਼ਰਵ, ਜੋ ਅੰਡੇ ਦਾ ਅਨੀ ਦਾ ਰਿਜ਼ਰਵ ਹੁੰਦਾ ਹੈ, ਉਹ ਕੁਆਲਿਟੀ ਆਫ ਐਗ ਨੂੰ ਪੂਅਰ ਕਰਦਾ ਹੈ। ਤੇ ਸਾਡੇ ਵਧੀਆ ਐਗ ਨਹੀਂ ਨਿਕਲਣੇ ਤਾਂ ਪ੍ਰੈਗਨੈਂਸੀ ਨੈਚੁਰਲੀ ਜਾਂ ਫਿਰ IUI ਜਾਂ IVF 'ਚ ਡੈਫੀਨਿਟਲੀ ਕੰਪਰੋਮਾਈਜ਼ ਹੁੰਦੀ ਹੈ। ਤਾਂ ਸਮੋਕਿੰਗ ਤਾਂ ਕੁਇਟ ਦੋਨਾਂ ਪਾਰਟਨਰਾਂ ਨੂੰ ਹੁੱਕਾ ਸਮੋਕਿੰਗ ਐਬਸੋਲਿਊਟਲੀ ਬੰਦ ਕਰਨੀ ਪੈਣੀ ਜੇ ਅਸੀਂ ਪ੍ਰੈਗਨੈਂਸੀ ਵੱਲ ਪਲਾਨ ਕਰਨਾ। ਕਿੰਨੇ ਪੇਸ਼ੈਂਟਸ ਠੀਕ ਹੋਏ ਨੇ ਹੁਣ ਤੱਕ ਤੁਹਾਡੇ ਕੋਲ? ਸਾਡੇ ਕੋਲ ਆਲਮੋਸਟ ਹਜ਼ਾਰੋਂ ਹੀ ਪੇਸ਼ੈਂਟ ਠੀਕ ਹੋ ਗਏ ਜੀ। ਇੱਕ ਪੇਸ਼ੈਂਟ ਸਾਡੇ ਕੋਲੋਂ PGI ਤੋਂ ਰੈਫਰ ਹੋ ਕੇ ਆਏ ਸੀ ਵਿਦ ਅ ਸਮਾਲ ਯੂਟਰਸ। ਉਹਨੂੰ ਆਲਮੋਸਟ ਅਸੀਂ 5 ਤੋਂ 6 ਮਹੀਨੇ ਦਵਾਈਆਂ ਨਾਲ ਉਹਦਾ ਯੂਟਰਸ ਦਾ ਸਾਈਜ਼ ਵਧਾਇਆ ਐਂਡ ਦੈਨ ਸ਼ੀ ਕਨਸੀਵਡ ਵਿਦ ਟ੍ਰਿਪਲੇਟ ਪ੍ਰੈਗਨੈਂਸੀ। ਆਈ ਐਮ ਦ ਮੋਸਟ ਹੈਪੀ ਡਾਕਟਰ ਟ੍ਰੀਟਿੰਗ ਹਰ ਬਿਕਾਜ਼ ਉਹਨੂੰ ਬਹੁਤ ਡਾਕਟਰਾਂ ਨੇ ਰਿਫਿਊਜ਼ ਕੀਤਾ ਸੀ ਕਿ ਤੂੰ ਕਦੇ ਮਾਂ ਨਹੀਂ ਬਣ ਸਕਦੀ। ਲੋਕ ਨਾ IVF ਤੋਂ ਡਰਦੇ ਬਹੁਤ ਨੇ। ਫਿਲਮ ਵੀ ਆਈ ਉਸ ਤੋਂ ਬਾਅਦ ਡਰਨਾ ਵੈਸੇ ਸ਼ੁਰੂ ਕਰ ਦਿੱਤਾ ਕਿ ਉਹ ਬੱਚਾ ਆਪਣਾ ਹੀ ਹੁੰਦਾ ਹੈ, ਕਿਸੇ ਹੋਰ ਦਾ ਹੁੰਦਾ ਹੈ। ਬਹੁਤ ਲੋਕ ਆਫਟਰ ਗੁੱਡ ਨਿਊਜ਼ ਮੂਵੀ ਦੇਖ ਕੇ ਸਾਡੇ ਤੋਂ ਇੱਕ ਕੁਐਸਚਨ ਪੁੱਛਦੇ ਨੇ। ਦੇਖੋ ਜੋ ਵੀ ਵਾਇਲ ਹੁੰਦੀ ਹੈ, ਡਿਸ਼ ਹੁੰਦੀ ਹੈ ਜੋ ਲੈਬ 'ਚ ਬਣਾਈ ਜਾਂਦੀ ਹੈ, ਪੇਸ਼ੈਂਟ ਦੀ ਨਾਮ, ਉਹਦਾ ID ਨੰਬਰ 3 ਤੋਂ 4 ਵਾਰ ਡਾਕਟਰ, ਐਮਬ੍ਰੀਓਲੋਜਿਸਟ, ਟੈਕਨੀਸ਼ੀਅਨ ਸਾਰੇ ਚੈੱਕ ਕਰਦੇ ਨੇ। ਸੋ ਮਿਕਸਿੰਗ ਦਾ ਕੋਈ ਸਕੋਪ ਨਹੀਂ ਹੁੰਦਾ। ਤੇ ਇੰਨਾ ਜ਼ਿਆਦਾ ਖਰਾਬ ਹੋਣਾ कारण ड्रग्स ही ने सारा कुछ। ड्रग्स सर बाद स्ट्रेस है, ओवरवेट, लोग बिल्कुल अपनी डाइट का ध्यान नहीं रखते हैं, बिल्कुल कोई एक्सरसाइज नहीं, कोई जिम नहीं, जंक फूड बढ़ गया है, लेडीज़ घर खाना खा के ते बना के भी राजी नहीं है, सारा कुछ होम डिलीवरी। सो डाइट हैज़ टू बी मॉनिटर्ड एंड बिल्कुल हेल्दी डाइट, लो कार्ब डाइट होनी चाहिए एंड प्रोटीन डाइट बढ़ाना चाहिए, एग मिल्क इनटेक बढ़ाना चाहिए। एक ਇਹ ਵੀ ਪੁੱਛਣਾ ਚਾਹਾਂਗਾ, ਐਕਸਪੀਰੀਅੰਸ ਵੀ ਰਿਹਾ ਹੋਵੇ ਪੇਸ਼ੈਂਟਸ ਇੱਥੇ ਆਉਂਦਾ, ਕੋਈ ਪੇਸ਼ੈਂਟ ਇੱਥੇ ਆਉਂਦਾ ਹੋਵੇ ਵੀ ਪਹਿਲਾਂ ਤਾਂ ਆਇਆ ਹੋਵੇ ਮੈਨੂੰ ਕੋਈ ਉਮੀਦ ਨਹੀਂ ਹੈ, ਬੜਾ ਦੁੱਖ ਹੋਵੇ, ਬਾਅਦ ਚੋਂ ਫਿਰ ਵਧਾਈਆਂ ਦੇ ਕੇ ਗਿਆ ਹੋਇਆ ਲੱਡੂ ਬਣ। ਬਿਲਕੁਲ ਐਬਸੋਲੂਟਲੀ। ਅੱਜ ਸਾਡੇ ਕੋਲ ਇੱਕ ਇੱਦਾਂ ਦਾ ਹੀ ਪੇਸ਼ੈਂਟ ਐਡਮਿਟ ਹੋਇਆ ਹੋਇਆ ਹੈ, ਉਹਨੂੰ ਅੱਜ ਦੇ ਸਕੈਨ ਤੇ ਹੀ ਸਾਨੂੰ ਕੁਆਡਰਪਲੇਟ ਪ੍ਰੈਗਨੈਂਸੀ ਮਿਲੀ ਹੈ। ਦੇ ਆਰ ਸੋ ਹੈਪੀ ਬਿਕਾਜ਼ ਜਿੱਦਾਂ ਤੁਸੀਂ ਕਿਹਾ ਪੇਸ਼ੈਂਟ ਬਹੁਤ ਨਿਰਾਸ਼ ਹੋ ਕੇ ਬਹੁਤ ਕਈ ਵਾਰ ਪੰਡਿਤਾਂ ਦੇ ਚੱਕਰਾਂ 'ਚ ਪੈ ਜਾਂਦਾ ਹੈ, ਕਈ ਵਾਰ ਹੋਮੋਪੈਥਿਕ ਜਾਂ ਸਾਨੂੰ ਜਿਹਦਾ ਪਤਾ ਹੀ ਨਹੀਂ ਹੁੰਦਾ ਉਹ ਟ੍ਰੀਟਮੈਂਟ ਕਿਸੇ ਨੇ ਦੱਸਿਆ ਇਹ ਲੈ ਲਓ ਉਹ ਲੈ ਲਓ। ਸਭ ਨੂੰ ਆਪਣਾ ਕਾਜ਼ ਆਫ ਇਨਫਰਟਿਲਿਟੀ ਬਹੁਤ ਕਲੀਅਰ ਹੋਣਾ ਚਾਹੀਦਾ ਹੈ, ਫਿਰ ਟ੍ਰੀਟਮੈਂਟ ਪਲਾਨ ਸਭ ਲਈ ਬਣਾਉਣਾ ਈਜ਼ੀ ਹੈ। ਜੇ ਆਪਾਂ ਸਾਇੰਟੀਫਿਕਲੀ ਨਹੀਂ ਚੱਲਦੇ ਫਿਰ ਗੜਬੜ। ਸੁਣਿਆ ਵੀ ਅੱਜ ਖੁਸ਼ਖਬਰੀ ਮਿਲੀ ਹੈ, ਦੱਸੋਗੇ ਦਰਸ਼ਕਾਂ ਨੂੰ ਮਾੜਾ ਜਿਹਾ? ਹਾਂਜੀ ਸਰ, ਅੱਜ ਸਕੈਨ ਕੀਤੀ ਸੀ
ਤੇ ਉਹਨਾਂ ਦੇ ਵਿੱਚ 4 ਬੇਬੀ ਕਨਸੀਵ ਹੋਏ ਆ ਤੇ ਬਹੁਤ ਖੁਸ਼ੀ ਹੋਈ ਹੈ। ਸਾਨੂੰ ਤਕਰੀਬਨ 2 ਸਾਲ ਤਾਂ ਹੋ ਹੀ ਗਏ ਸਰ। ਕਾਫੀ ਜਗ੍ਹਾ ਤੇ ਅਸੀਂ ਮਤਲਬ ਗਏ, ਸਾਨੂੰ ਨਹੀਂ ਫਾਇਦਾ ਹੋਇਆ। ਇੱਥੋਂ ਸਾਨੂੰ ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਪੰਜਾਬ ਦੇ ਵਿੱਚ ਇੱਕ ਨਵੀਂ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਹੈ, ਜਿਸ ਨੂੰ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਅਸੀਂ ਬਾਂਝਪਨ ਵੀ ਕਹਿ ਦਿੰਦੇ ਆ। ਇਨਫਰਟੀਲਿਟੀ ਅਸਲ ਦੇ ਵਿੱਚ ਇਹ ਬਿਮਾਰੀ ਕਹੀ ਜਾਂਦੀ ਹੈ, ਜਿਸ ਦੇ ਵਿੱਚ ਆਪ ਸਭ ਨੂੰ ਪਤਾ ਹੈ ਵੀ ਵਿਆਹ ਤੋਂ ਬਾਅਦ ਬੱਚਾ ਨਹੀਂ ਹੋ ਪਾਉਂਦਾ। ਇਸ ਦੇ ਕਾਰਨ ਕੀ ਹੈ ਅਤੇ ਇਸ ਦੀ ਕਹਿ ਸਕਦੇ ਆ ਵੀ ਇਲਾਜ ਕਿਸ ਤਰੀਕੇ ਨਾਲ ਹੋ ਸਕਦਾ ਹੈ, ਕਿਉਂਕਿ ਪੰਜਾਬੀ ਜਿਹੜੇ ਕਪਲਸ ਨੇ ਦਰ ਦੀਆਂ ਠੋਕਰਾਂ ਖਾ ਰਹੇ ਆ, ਪਰ ਇਲਾਜ ਜਿਹੜਾ ਹੈ ਸਹੀ ਤਰੀਕੇ ਨਾਲ ਨਹੀਂ ਮਿਲ ਪਾਇਆ। ਤਾਂ ਇਸ ਤੇ ਹੀ ਭਾਲ ਦੇ ਵਿੱਚ ਅਸੀਂ ਅੱਜ ਈਵਾ ਹਸਪੀਟਲ ਪਹੁੰਚੇ ਆ। ਤਾਂ ਸਾਡੇ ਨਾਲ ਜਿਹੜੇ ਡਾਕਟਰ ਸ਼ਿਵਾਨੀ ਭੁਟਾਨੀ ਮੌਜੂਦ ਨੇ, ਜਿਹੜੇ ਸਪੈਸ਼ਲਿਸਟ ਵੀ ਇਸ ਦੇ ਵਿੱਚ ਨੇ, ਤਾਂ MBBS MD ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ, ਇਹਨਾਂ ਤੋਂ ਪੁੱਛਦੇ ਆ ਕਿਉਂ ਪੰਜਾਬ ਦੇ ਵਿੱਚ ਹੁਣ ਇਹਨੇ ਕੇਸਿਸ ਜਿਹੜੇ ਨੇ ਇਸ ਦੇ ਵਧਣੇ ਸ਼ੁਰੂ ਹੋ ਗਏ ਆ। ਤਾਂ ਇਹਨਾਂ ਨੇ ਜੇ ਇਲਾਜ ਕੀਤੇ ਨੇ, ਕਿਉਂਕਿ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਇਲਾਜ ਕੀਤੇ ਨੇ 4000 ਤੋਂ ਲੈ ਕੇ 5000 ਇਲਾਜ ਕੀਤੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਬੱਚਾ ਹੋਇਆ ਹੈ, ਜਿਨ੍ਹਾਂ ਦਾ ਬੱਚਾ ਨਹੀਂ ਹੋ ਪਾ ਰਿਹਾ ਸੀ। ਤਾਂ ਹੁਣ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਵੀ ਇਲਾਜ ਕੀਤੇ ਨੇ, ਕਾਰਨ ਕੀ ਹੈ ਵੀ ਪੰਜਾਬ ਦੇ ਵਿੱਚ ਜੇ ਗੱਲ ਕਰਦੇ ਹਾਂ ਬਿਮਾਰੀ ਇੰਨੀ ਵੱਧ ਕਿਉਂ ਰਹੀ ਆ? ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇਨਫਰਟੀਲਿਟੀ ਵੱਧ ਕਿਉਂ ਰਹੀ ਹੈ। ਸੋ ਪੰਜਾਬ ਜਾਂ ਨੇਸ਼ਨ ਵਾਈਡ ਜੇ ਅਸੀਂ ਗੱਲ ਕਰੀਏ, ਇਨਫਰਟੀਲਿਟੀ ਦੇ 3 ਮੇਜਰ ਕਾਰਨ ਨੇ। ਮੇਲ ਪੈਟਰਨ ਜਾਂ ਫਿਰ ਮੇਲ 'ਚ ਪ੍ਰੋਬਲਮ ਹੋਣੀ, ਫੀਮੇਲ ਇਨਫਰਟੀਲਿਟੀ ਜਾਂ ਫਿਰ ਅਨਐਕਸਪਲੇਨਡ, ਮਤਲਬ ਦੋਨਾਂ 'ਚ ਕੋਈ ਕਾਰਨ ਪਰਫੈਕਟ ਹੈ ਬਟ ਫਿਰ ਵੀ ਪ੍ਰੈਗਨੈਂਸੀ ਨਹੀਂ ਰੁਕ ਪਾ ਰਹੀ, ਉਹਨੂੰ ਅਸੀਂ ਅਨਐਕਸਪਲੇਨਡ ਇਨਫਰਟੀਲਿਟੀ ਕਹਿੰਦੇ ਹਾਂ। ਜੇ ਗੱਲ ਕਰੀਏ ਮੇਲ ਦੇ ਵਿੱਚ, ਤੇ ਅੱਜ ਕੱਲ੍ਹ ਸਮੋਕਿੰਗ, ਐਲਕੋਹਲ, ਟੋਬੈਕੋ, ਇਹ ਸਾਰਾ ਮਿਸਯੂਜ਼ ਹੋ ਰਿਹਾ ਹੈ। ਤੇ ਬਹੁਤ ਸਾਰੇ ਮੇਲਸ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਮ ਯੂਜ਼ ਕਰਦੇ ਹੈ, ਜਿਹਦੇ ਵਿੱਚ ਸਟੀਰੋਇਡਸ ਕਈ ਵਾਰ ਲੈ ਲੈਂਦੇ ਹੈ ਮਸਲ ਮਾਸ ਵਧਾਉਣ ਲਈ। ਇਹ ਸਾਰੇ ਕਾਰਨ ਨੇ ਮੇਲਸ 'ਚ ਜੋ ਓਲੀਗੋਸਪਰਮੀਆ, ਐਜ਼ੋਸਪਰਮੀਆ ਜਾਂ ਸ਼ੁਕਰਾਣੂ ਨੂੰ ਅਫੈਕਟ ਕਰਦੇ ਨੇ। ਇਨ ਫੀਮੇਲਸ ਜੇ ਅਸੀਂ ਗੱਲ ਕਰੀਏ, ਲੇਡੀਜ਼ ਦੇ ਵਿੱਚ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਏਜ ਆਫ ਦ ਲੇਡੀ ਇਜ਼ ਵੈਰੀ ਇੰਪੋਰਟੈਂਟ ਟੂ ਡਿਸਾਈਡ ਕਿ ਉਹ ਪ੍ਰੈਗਨੈਂਸੀ ਮੈਡੀਸਿਨਸ ਜਾਂ ਫਿਰ IUI ਜਾਂ IVF ਨਾਲ ਅਸੀਂ ਅਜੇ ਪਲਾਨ ਕਰ ਸਕਦੇ ਹਾਂ। ਸੈਕੰਡਲੀ ਜੇ ਫੀਮੇਲਸ 'ਚ ਗੱਲ ਕਰੀਏ ਤਾਂ ਕੋਈ PCOD ਪੇਸ਼ੈਂਟ ਹੈ ਜਾਂ ਫਿਰ ਕਿਸੇ ਦੇ ਅੰਦਰ ਰਸੌਲੀ, ਬੱਚੇਦਾਨੀ ਦੇ ਅੰਦਰ ਜਾਂ ਅੰਡੇਦਾਨੀ ਦੇ ਅੰਦਰ ਰਸੌਲੀ ਹੋਣਾ, ਜਾਂ ਫਿਰ ਐਂਡੋਮੈਟਰੀਓਸਿਸ ਹੋਣਾ, ਜਾਂ ਫਿਰ ਟਿਊਬਾਂ ਦੋਨੋਂ ਸਾਈਡਾਂ ਦੀਆਂ ਬੰਦ ਹੋਣਾ, ਜਾਂ ਫਿਰ ਵਜਾਈਨਸਮਸ ਹੋਣਾ ਜਿਸ 'ਚ ਕਪਲ ਕੰਟੈਕਟ ਨਹੀਂ ਰੱਖ ਪਾ ਰਿਹਾ, ਇਹ ਸਾਰੇ ਫੀਮੇਲ ਦੇ ਕਾਜ਼ਸ ਨੇ। ਮੇਲ ਤੇ ਫੀਮੇਲ ਕੰਬਾਈਨਡ ਸਭ ਤੋਂ ਜ਼ਿਆਦਾ ਅਸੀਂ OPD 'ਚ ਦੇਖਦੇ ਹਾਂ ਸਟ੍ਰੈਸ। ਅੱਜ ਕੱਲ੍ਹ ਇੰਨਾ ਸਟ੍ਰੈਸ ਲਾਈਫ ਸਟਾਈਲ 'ਚ ਵੱਧ ਗਿਆ ਹੈ ਕਿ ਪ੍ਰੈਗਨੈਂਸੀ ਹੋਣਾ ਬਿਲਕੁਲ ਹੀ ਡਿਫਿਕਲਟ ਹੋਈ ਜਾ ਰਿਹਾ, ਬਿਕਾਜ਼ ਹਰ ਪੇਸ਼ੈਂਟ ਚਾਹੁੰਦਾ ਹੈ, ਕਿਉਂਕਿ ਸੋਸਾਇਟੀ ਪ੍ਰੈਸ਼ਰ ਪਾਉਂਦੀ ਹੈ, ਫੈਮਿਲੀ ਪ੍ਰੈਸ਼ਰ ਪਾਉਂਦੀ ਕਿ ਬੱਚਾ ਕਿਉਂ ਨਹੀਂ ਹੋ ਪਾ ਰਿਹਾ, ਜਾਂ ਤੁਹਾਡੇ ਫਰੈਂਡਸ ਨੂੰ ਬੱਚਾ ਹੋ ਗਿਆ, ਸਾਨੂੰ ਕਿਉਂ ਨਹੀਂ ਹੋ ਪਾ ਰਿਹਾ। ਸਟ੍ਰੈਸ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ। ਮੈਂ ਆਪਣੇ ਹਰ ਪੇਸ਼ੈਂਟ ਨੂੰ ਜੋ ਫਰਸਟ ਡੇ ਵੀ ਵਾਕ ਇਨ ਕਰਦੇ ਹਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਸਟ੍ਰੈਸ ਘਟਾਉਣਾ ਪਏਗਾ, ਚਾਹੇ ਉਹ ਲਾਈਫ ਸਟਾਈਲ ਚੇਂਜਸ ਕਰੋ, ਚਾਹੇ ਫੈਮਿਲੀ ਪ੍ਰੈਸ਼ਰ ਘਟਾਓ, ਯੋਗਾ, ਮੈਡੀਟੇਸ਼ਨ, ਇਹ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਨੇ। ਇੱਕ ਹੋਰ ਗੱਲਾਂ ਦੇ ਵਿੱਚੋਂ ਗੱਲ ਹੈ ਵੀ ਮੈਂ ਤੁਹਾਡੀ ਸੁਣਿਆ ਤਾਂ ਸਵਾਲ ਇੱਕ ਨਿਕਲਿਆ ਵੀ ਅੱਜ ਕੱਲ੍ਹ ਨਾ ਵਿਆਹ ਬੜੇ ਲੇਟ ਹੁੰਦੇ ਆ। ਵਿਆਹ ਜੇ ਹੁੰਦੇ ਆ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਵੀ ਬੱਚਾ ਜਿਹੜਾ ਹੈ ਅਸੀਂ 5-6 ਸਾਲ ਬਾਅਦ ਕਰਾਂਗੇ, ਬਾਅਦ 'ਚੋਂ ਅਸੀਂ ਫੈਮਿਲੀ ਪਲੈਨਿੰਗ ਸੋਚਾਂਗੇ, ਪਹਿਲਾਂ ਅਸੀਂ ਇੰਜੋਏ ਕਰ ਲਈਏ, ਪਹਿਲਾਂ ਘੁੰਮ ਫਿਰ ਲਈਏ। ਤਾਂ ਇਸ ਕਰਕੇ ਵੀ ਪ੍ਰੋਬਲਮ ਕੋਈ ਆਉਂਦੀ ਹੈ? ਬਿਲਕੁਲ ਵਾਜਿਬ ਜਵਾਬ ਤੁਸੀਂ ਸਵਾਲ ਪੁੱਛਿਆ, ਇਹਦਾ ਜਵਾਬ ਮੈਂ ਜ਼ਰੂਰ ਦੇਣਾ ਚਾਹਾਂਗੀ। ਬਿਕਾਜ਼ ਅੱਜ ਕੱਲ੍ਹ ਕੁੜੀਆਂ ਬਹੁਤ ਕਰੀਅਰ ਓਰੀਐਂਟਡ ਹੈ, ਵਿਚ ਇਜ਼ ਅ ਵੈਰੀ ਗੁੱਡ ਥਿੰਗ। ਆਈ ਥਿੰਕ ਸਾਰੀ ਲੇਡੀਜ਼ ਨੂੰ ਵੀ ਕਰੀਅਰ ਓਰੀਐਂਟਡ ਹੋਣਾ ਚਾਹੀਦਾ ਹੈ। ਤੇ ਇਸ ਕਰਕੇ ਲੇਟ ਮੈਰਿਜਸ ਨੇ, ਅਰਾਊਂਡ 30 ਪੀਪਲ ਹੈਵ ਸਟਾਰਟਡ ਗੈਟਿੰਗ ਮੈਰਿਡ। ਤੇ ਜਦ ਲੇਟ ਮੈਰਿਜਸ ਹੋ ਰਹੀਆਂ ਤੇ ਉਹ ਬੱਚਾ ਵੀ ਲੇਟ ਪਲਾਨ ਕਰਦੇ ਹੈ। ਤਾਂ ਕਈ ਵਾਰ ਅਸੀਂ ਜੋ ਸਾਡਾ ਓਵੇਰੀਅਨ ਰਿਜ਼ਰਵ ਹੈ ਬਿਕਾਜ਼ ਆਫ ਦ ਏਜ, ਵੈਨ ਦ ਲੇਡੀ, ਜਦ ਵੀ ਇੱਕ ਲੇਡੀ 35 ਈਅਰਸ ਕ੍ਰਾਸ ਕਰ ਲੈਂਦੀ ਹੈ ਤਾਂ ਉਹ ਓਵੇਰੀਅਨ ਰਿਜ਼ਰਵ ਕਈ ਵਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਅੱਜ ਕੱਲ੍ਹ ਇਨਫੈਕਟ ਯੰਗਰ ਕਪਲਸ, ਯੰਗਰ ਫੀਮੇਲਸ 'ਚ ਵੀ ਅਸੀਂ POF, ਪ੍ਰੀ ਮੈਚਿਓਰ ਓਵੇਰੀਅਨ ਫੇਲੀਅਰ ਦੇਖ ਰਹੇ ਹਾਂ। ਉਹਨਾਂ ਦੀ ਓਵਰੀਜ਼ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ। ਥਰਡਲੀ ਇੱਕ ਬਹੁਤ ਕਾਮਨ ਫੈਕਟਰ ਹੈ, ਕਈ ਵਾਰ ਲੇਟ ਮੈਰਿਜਸ ਤੇ ਪੇਸ਼ੈਂਟ ਪ੍ਰੈਗਨੈਂਟ ਹੋ ਜਾਂਦਾ ਹੈ ਐਂਡ ਦੇ ਕਮ ਫॉर ਅਬੋਰਸ਼ਨ। ਮੈਂ ਤਾਂ ਹਰ ਪੇਸ਼ੈਂਟ ਨੂੰ ਕਹਿੰਦੀ ਹਾਂ ਕਿ ਇਹ ਨੈਚੁਰਲ ਪ੍ਰੋਸੈਸ ਹੈ, ਯੂ ਆਰ ਬੀਨ ਗਿਫਟਡ। ਅਬੋਰਸ਼ਨਸ ਨਹੀਂ ਆਪਟ ਕਰਨੀਆਂ ਚਾਹੁੰਦੀਆਂ, ਕਿਉਂਕਿ ਕੁਐਸਚਨ ਪੁੱਛਣ ਤੇ ਸਿੱਧਾ ਆਨਸਰ ਹੁੰਦਾ ਅਸੀਂ ਅਜੇ ਘੁੰਮੇ ਨਹੀਂ, ਅਜੇ ਤਾਂ ਜੀ ਮੈਡਮ ਵਿਆਹ ਹੋਇਆ ਜੀ, ਅਸੀਂ ਬੱਚਾ ਨਹੀਂ ਕਰਨਾ ਚਾਹੁੰਦੇ।
then don't go for abortions. Either plan कि ਤੁਸੀਂ ਹਜੇ pregnancy ਨਹੀਂ ਕਰਨੀ, use some precaution, ਨਹੀਂ ਤਾਂ ਜੇ ਬੱਚਾ ਰੁਕ ਗਿਆ don't go for abortions, because ਕਈ ਵਾਰ ਸਾਨੂੰ MTP ਪਿਲ ਦੇ ਨਾਲ DNC ਕਰਨੀ ਪੈਂਦੀ ਹੈ। ਉਹ ਸਭ ਸਰਵਾਈਕਲ ਜੋ ਬੱਚੇਦਾਨੀ ਦਾ ਰਸਤਾ ਉਹਦੀ obstruction ਕਈ ਵਾਰ ਸਟੈਨੋਸਿਸ ਕਾਜ਼ ਕਰ ਦਿੰਦਾ ਹੈ ਜਾਂ obstruction ਕਾਜ਼ ਕਰ ਦਿੰਦਾ ਹੈ, ਤੇ ਅੱਗੇ ਬੱਚਾ ਹੋਣ ਲਈ ਪ੍ਰੋਬਲਮ ਆਉਂਦਾ ਹੈ। ਮਤਲਬ ਅਬੋਰਸ਼ਨ ਕਰਾਉਣ ਜਿਹੜੇ ਭੱਜਦੇ ਨੇ ਬਾਅਦ ਚੋਂ ਖਾਈ ਵੀ ਆ ਸਕਦੀ ਹੈ, ਬਾਅਦ ਚੋਂ ਬਿਲਕੁਲ ਆ ਸਕਦੀ ਹੈ। ਸੋ ਜੇ ਪ੍ਰੈਗਨੈਂਸੀ ਰੁਕ ਗਈ ਹੈ, ਟਰਾਈ ਟੂ ਕੀਪ ਦਾ ਬੇਬੀ, ਨਹੀਂ ਤਾਂ ਫਿਰ ਤੁਸੀਂ ਪਹਿਲਾਂ ਹੀ ਪ੍ਰੀਕਾਸ਼ਨ ਜਾਂ ਆਪਣੀ ਗਾਇਨੋਕੋਲੋਜਿਸਟ ਨੂੰ ਮਿਲੋ ਕਿ ਜੀ ਅਸੀਂ ਬੱਚਾ ਕਰਨ 'ਚ ਇੰਨਾ ਗੈਪ ਪਾਣਾ ਚਾਹੁੰਦੇ ਹਾਂ। ਇੱਕ ਤੁਸੀਂ ਇਹ ਵੀ ਸ਼ੁਰੂਆਤ ਦੇ ਵਿੱਚ ਗੱਲ ਕਹੀ ਵੀ ਸਮੋਕਿੰਗ ਕਰਕੇ ਵੀ ਬਹੁਤ ਫਰਕ ਪੈਂਦਾ ਹੈ, ਜਿਮਿੰਗ ਕਰਕੇ ਵੀ ਫਰਕ ਪੈਂਦਾ ਹੈ। ਜ਼ਰੂਰ ਜਿਮ ਜਾਣ ਨਾਲ ਕੋਈ ਪ੍ਰੋਬਲਮ ਨਹੀਂ, ਬਟ ਜਿਮ ਜਾ ਕੇ ਜਿਹੜੇ ਸਟੀਰੋਇਡਸ ਦੇ ਇੰਜੈਕਸ਼ਨ ਲਗਾਉਂਦੇ ਆ ਜਾਂ ਫਿਰ ਡਰੱਗਸ ਲੈ ਲੈਂਦੇ ਆ, ਮੇਜ਼ ਪਿੰਡਾਂ 'ਚ ਅਸੀਂ ਬਹੁਤ ਦੇਖਦੇ ਹਾਂ। ਇਹ ਡਰੱਗ ਅਬਿਊਜ਼ ਤਾਂ ਬੰਦ ਕਰਨਾ ਬਹੁਤ ਜ਼ਰੂਰੀ ਹੈ ਫॉर ਗੁੱਡ ਰਿਜ਼ਲਟਸ। ਤੇ ਇੱਕ ਬੜਾ ਸ਼ੌਂਕ ਵੀ ਚੜ ਗਿਆ, ਸਟੇਟਸ ਸਿੰਬਲ ਹੋ ਗਿਆ ਅੱਜ ਕੱਲ, ਨੌਜਵਾਨ ਮੁੰਡੇ ਕੁੜੀਆਂ ਹੀ ਦੋਨੋਂ। ਪਹਿਲਾਂ ਤਾਂ ਮੁੰਡੇ ਵੀ ਅਸੀਂ ਕਹਿੰਦੇ ਸੀ, ਹੁਣ ਕੁੜੀਆਂ ਵੀ ਜਿਹੜੀਆਂ ਹੁੱਕਾ ਲਾਉਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੋ ਗਏ ਆ। ਹੁੱਕਾ ਬਾਰਸ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹੈ। ਜ਼ਰੂਰ ਕਹਿ ਦਿੱਤਾ ਵੀ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰਾਂਗੇ, ਚਲੋ ਉਹ ਤਾਂ ਵੱਖਰੀ ਗੱਲ ਹੈ, ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਪਰ ਹੁੱਕਾ ਪੀਣ ਦੇ ਜਿਹੜੇ ਸ਼ੌਕੀਨ ਨੇ ਕਿ ਹੁੱਕਾ ਪੀਣ ਵਾਲੀ ਲੇਡੀਜ਼ ਦਾ ਡੈਫੀਨਿਟਲੀ ਜੋ ਓਵੇਰੀਅਨ ਰਿਜ਼ਰਵ, ਜੋ ਅੰਡੇ ਦਾ ਅਨੀ ਦਾ ਰਿਜ਼ਰਵ ਹੁੰਦਾ ਹੈ, ਉਹ ਕੁਆਲਿਟੀ ਆਫ ਐਗ ਨੂੰ ਪੂਅਰ ਕਰਦਾ ਹੈ। ਤੇ ਸਾਡੇ ਵਧੀਆ ਐਗ ਨਹੀਂ ਨਿਕਲਣੇ ਤਾਂ ਪ੍ਰੈਗਨੈਂਸੀ ਨੈਚੁਰਲੀ ਜਾਂ ਫਿਰ IUI ਜਾਂ IVF 'ਚ ਡੈਫੀਨਿਟਲੀ ਕੰਪਰੋਮਾਈਜ਼ ਹੁੰਦੀ ਹੈ। ਤਾਂ ਸਮੋਕਿੰਗ ਤਾਂ ਕੁਇਟ ਦੋਨਾਂ ਪਾਰਟਨਰਾਂ ਨੂੰ ਹੁੱਕਾ ਸਮੋਕਿੰਗ ਐਬਸੋਲਿਊਟਲੀ ਬੰਦ ਕਰਨੀ ਪੈਣੀ ਜੇ ਅਸੀਂ ਪ੍ਰੈਗਨੈਂਸੀ ਵੱਲ ਪਲਾਨ ਕਰਨਾ। ਤੁਹਾਡੀ ਸਕਸੈਸ ਰੇਟ ਕਿੰਨੀ ਹੈ ਹੁਣ ਤੱਕ? ਕਿੰਨੇ ਕੁ ਪੇਸ਼ੈਂਟ ਤੁਸੀਂ ਠੀਕ ਕਰ ਦਿੱਤੇ ਆ? ਕਿਸ ਤਰ੍ਹਾਂ ਨਾਲ ਠੀਕ ਕੀਤੇ? ਸਾਡਾ ਸਕਸੈਸ ਰੇਟ ਜੀ 50 to 60% ਹੈ। ਹਰ ਪੇਸ਼ੈਂਟ ਨੂੰ IVF ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਇਹ ਕੈਟਾਗਰਾਈਜ਼ ਕੀਤੀ ਈਵਾ 'ਚ ਸਾਰੇ ਪੇਸ਼ੈਂਟ ਜੋ ਆ ਰਹੇ ਨੇ ਉਹਨਾਂ ਨੂੰ ਅਸੀਂ ਕੈਟਾਗਰਾਈਜ਼ ਕਰਦੇ ਹਾਂ ਕਿ ਪੇਸ਼ੈਂਟ ਯੰਗ ਹੈ ਜਾਂ ਪੇਸ਼ੈਂਟ ਹਜੇ ਕਿੰਨਾ ਸਾਲ ਹੋਇਆ ਮੈਰਿਜ ਨੂੰ। 1 year ਆਫ ਮੈਰਿਡ ਲਾਈਫ ਤੇ ਜੇ ਬੱਚਾ ਨਹੀਂ ਰੁਕਿਆ ਅਸੀਂ ਕੋਈ ਦਵਾਈ ਨਹੀਂ ਸਟਾਰਟ ਕਰਦੇ, ਬਟ 1 year ਕ੍ਰਾਸ ਹੋ ਗਿਆ, ਕਪਲ ਟਰਾਈ ਕਰ ਰਿਹਾ, ਪ੍ਰੈਗਨੈਂਸੀ ਨਾ ਰੁਕਣ ਰਹੀ ਹੈ, ਫਿਰ ਪੇਸ਼ੈਂਟ ਨੂੰ ਗਾਇਨੋਕੋਲੋਜਿਸਟ ਦੇ ਕੋਲ ਜ਼ਰੂਰ ਆਉਣਾ ਚਾਹੀਦਾ ਹੈ। ਦੈਨ ਵੀ ਕੈਟਾਗਰਾਈਜ਼ ਦ ਪੇਸ਼ੈਂਟ ਅਕੋਰਡਿੰਗ ਟੂ ਏਜ, ਉਮਰ ਕਿੰਨੀ ਹੈ ਪੇਸ਼ੈਂਟ ਦੀ, ਕੀ ਫੈਕਟਰ ਹੈ ਉਹਦੀ ਇਨਫਰਟੀਲਿਟੀ ਦਾ, ਕੀ ਉਹਦੀਆਂ ਟਿਊਬਾਂ ਬੰਦ ਨੇ ਜਾਂ ਉਹਦੀ PCOD ਦੀ ਪ੍ਰੋਬਲਮ ਹੈ ਜਾਂ ਰਸੋਨੀਆ ਦੀ ਪ੍ਰੋਬਲਮ ਹੈ, ਮੇਲ ਪੈਟਰਨ ਹੈ ਕਿ ਸ਼ੁਕਰਾਣੂ ਘੱਟ ਹੈ। ਉਸ ਹਿਸਾਬ ਨਾਲ ਹੀ ਟ੍ਰੀਟਮੈਂਟ ਅਸੀਂ ਜੋਟ ਡਾਊਨ ਕਰਦੇ ਹਾਂ ਕਿ ਦਵਾਈਆਂ ਨਾਲ ਓਵੂਲੇਸ਼ਨ ਇੰਡਕਸ਼ਨ ਡਰੱਗਸ ਆਉਂਦੇ ਹੈ ਜਿਹਦੇ 'ਚ ਅਸੀਂ ਸਿੰਪਲ ਮੈਡੀਸਿਨਸ ਦੇ ਕੇ ਓਵਰੀਜ਼ ਨੂੰ ਸਟਿਮੂਲੇਟ ਕਰਕੇ ਫਰਟਾਈਲ ਡੇਜ਼ ਤੇ ਪੇਸ਼ੈਂਟ ਨੂੰ ਕੰਟੈਕਟ ਰੱਖਣ ਲਈ ਕਹਿੰਦੇ ਹਾਂ। ਸੈਕੰਡ ਆਪਸ਼ਨ ਆਉਂਦੀ ਹੈ IUI ਦੀ ਟ੍ਰੀਟਮੈਂਟ, ਜਿਹਦੇ ਵਿੱਚ ਅਸੀਂ ਹਸਬੈਂਡ ਦਾ ਸੀਮਨ ਵਾਸ਼ ਕਰਕੇ ਸਰਵਾਈਕਲ ਕੈਨਾਲ 'ਚ ਛੱਡਦੇ ਹਾਂ, ਮਤਲਬ ਹਾਈਲੀ ਮੋਟਾਈਲ ਸਪਰਮ। ਬਟ ਇਸ ਲਈ ਦੋਨਾਂ ਸਾਈਡਾਂ ਦੀਆਂ ਟਿਊਬਾਂ ਚੈੱਕ ਕਰਨੀਆਂ ਬਹੁਤ ਜ਼ਰੂਰੀ ਹਨ। ਕਿੰਨੇ ਪੇਸ਼ੈਂਟਸ ਠੀਕ ਹੋਏ ਨੇ ਹੁਣ ਤੱਕ ਤੁਹਾਡੇ ਕੋਲ? ਸਾਡੇ ਕੋਲ ਆਲਮੋਸਟ ਹਜ਼ਾਰੋਂ ਹੀ ਪੇਸ਼ੈਂਟ ਠੀਕ ਹੋ ਗਏ ਜੀ, ਬਟ ਲੋਟ ਆਫ ਡਿਫਿਕਲਟ ਕੇਸਿਸ ਆਲਸੋ ਵੀ ਹੈਵ ਟ੍ਰੀਟਡ। ਇੱਕ ਪੇਸ਼ੈਂਟ ਸਾਡੇ ਕੋਲੋਂ PGI ਤੋਂ ਰੈਫਰ ਹੋ ਕੇ ਆਏ ਸੀ ਵਿਦ ਅ ਸਮਾਲ ਯੂਟਰਸ, ਉਹਨੂੰ ਆਲਮੋਸਟ ਅਸੀਂ 5 ਤੋਂ 6 ਮਹੀਨੇ ਦਵਾਈਆਂ ਨਾਲ ਉਹਦਾ ਯੂਟਰਸ ਦਾ ਸਾਈਜ਼ ਵਧਾਇਆ, ਐਂਡ ਦੈਨ ਸ਼ੀ ਕਨਸੀਵਡ ਵਿਦ ਟ੍ਰਿਪਲੇਟ ਪ੍ਰੈਗਨੈਂਸੀ, and she is the most happy patient and I am the most happy doctor treating her, because ਉਹਨੂੰ ਬਹੁਤ ਡਾਕਟਰਾਂ ਨੇ ਰਿਫਿਊਜ਼ ਕੀਤਾ ਸੀ ਕਿ ਤੂੰ ਕਦੇ ਮਾਂ ਨਹੀਂ ਬਣ ਸਕਦੀ। ਅੱਛਾ, ਹਾਂਜੀ। ਤੇ ਇੱਕ ਹੋਰ ਗੱਲ ਪੁੱਛਣਾ ਚਾਹਾਂਗਾ, ਲੋਕ ਨਾ IVF ਤੋਂ ਡਰਦੇ ਬਹੁਤ ਨੇ, ਫਿਲਮ ਵੀ ਆਈ ਉਸ ਤੋਂ ਬਾਅਦ ਡਰਨਾ ਵੈਸੇ ਸ਼ੁਰੂ ਕਰ ਦਿੱਤਾ ਕਿ ਉਹ ਬੱਚਾ ਆਪਣਾ ਹੀ ਹੁੰਦਾ ਹੈ ਕਿਸੇ ਹੋਰ ਦਾ ਹੁੰਦਾ ਹੈ। ਬਿਲਕੁਲ, ਬਹੁਤ ਲੋਕ ਆਫਟਰ ਗੁੱਡ ਨਿਊਜ਼ ਮੂਵੀ ਦੇਖ ਕੇ ਸਾਡੇ ਤੋਂ ਇੱਕ ਕੁਐਸਚਨ ਪੁੱਛਦੇ ਨੇ। ਐਕਚੁਅਲੀ ਵੀ ਫੋਲੋ ICMR ਗਾਈਡਲਾਈਨਸ। ਦੇਖੋ ਜੋ ਵੀ ਵਾਇਲ ਹੁੰਦੀ ਹੈ, ਡਿਸ਼ ਹੁੰਦੀ ਹੈ ਜੋ ਲੈਬ 'ਚ ਬਣਾਈ ਜਾਂਦੀ ਹੈ, ਪੇਸ਼ੈਂਟ ਦੀ ਨਾਮ, ਉਹਦਾ ID ਨੰਬਰ 3 ਤੋਂ 4 ਵਾਰ ਡਾਕਟਰ, ਐਮਬ੍ਰੀਓਲੋਜਿਸਟ, ਟੈਕਨੀਸ਼ੀਅਨ ਸਾਰੇ ਚੈੱਕ ਕਰਦੇ ਨੇ। ਸੋ ਮਿਕਸਿੰਗ ਦਾ ਕੋਈ ਸਕੋਪ ਨਹੀਂ ਹੁੰਦਾ। ਦੇਖੋ ਡੈਫੀਨਿਟਲੀ ਕਈ ਪੇਸ਼ੈਂਟਸ ਹੁੰਦੇ ਜਿਨ੍ਹਾਂ ਨੂੰ ਡੋਨਰ ਐਗ ਦੀ ਰਿਕੁਆਇਰਮੈਂਟ ਹੈ ਜਾਂ ਡੋਨਰ ਸਪਰਮ ਦੀ ਰਿਕੁਆਇਰਮੈਂਟ ਹੈ। ਇੱਦਾਂ ਦੇ ਪੇਸ਼ੈਂਟਸ ਨੂੰ ਪਹਿਲਾਂ ਹੀ ਅਸੀਂ ਟ੍ਰੀਟਮੈਂਟ ਦੇ ਟਾਈਮ ਦੱਸ ਦਿੰਦੇ ਹਾਂ ਕਿ ਤੁਹਾਡੇ ਕੇਸ 'ਚ ਅਸੀਂ ਆਹ ਪਲਾਨ ਕਰ ਰਹੇ ਹਾਂ, ਓਨਲੀ ਐਂਡ ਓਨਲੀ ਇਫ ਦ ਪੇਸ਼ੈਂਟ ਕੰਸੈਂਟਸ ਤਾਂ ਹੀ ਅਸੀਂ ਡੋਨਰ ਐਗ ਜਾਂ ਡੋਨਰ ਸਪਰਮ ਲੈਂਦੇ ਹਾਂ, ਨਹੀਂ ਤਾਂ ਇੱਦਾਂ ਕੋਈ ਮਿਕਸਿੰਗ ਦਾ ਕੋਈ ਸਕੋਪ ਨਹੀਂ ਹੈ। ਤੁਸੀਂ ਡੋਨਰ ਸਪਰਮ ਦੀ ਗੱਲ ਕੀਤੀ ਤਾਂ ਉਹ ਮੇਰੇ ਖਿਆਲ ਟੈਸਟ ਟਿਊਬ ਬੇਬੀਜ਼ ਕਹਿੰਦੇ ਆ ਉਹਨੂੰ, ਹੈਨਾ? ਨਹੀਂ, ਕਈ ਵਾਰ ਡੋਨਰ ਐਗ ਵੀ ਲੈਣਾ ਪੈਂਦਾ ਟੈਸਟ ਟਿਊਬ ਬੇਬੀ। ਹਾਂਜੀ, ਜੇ ਲੇਡੀ ਦੀ ਏਜ 40 ਪਲੱਸ ਹੈ ਤਾਂ ਕਈ ਵਾਰ ਸਾਨੂੰ ਡੋਨਰ ਐਗ ਦੀ ਆਪਸ਼ਨ, ਜਾਂ ਫਿਰ ਕਿਸੇ ਨੂੰ POF ਹੈ, ਪ੍ਰੀਮੈਚੁਰ ਓਵੇਰੀਅਨ ਫੇਲੀਅਰ ਹੈ, ਜਿਨ੍ਹਾਂ ਦਾ ਇੱਕ ਬਲੱਡ ਟੈਸਟ ਹੈ AMH ਬਹੁਤ ਹੀ ਲੋ ਹੈ, ਉਹ ਜਾਂ ਪ੍ਰੀਵੀਅਸ ਰਿਪੀਟਡ IVF ਫੇਲੀਅਰਸ ਹੈਗੇ ਹੈ, ਤਾਂ ਫਿਰ ਸਾਨੂੰ ਕਈ ਵਾਰ ਡੋਨਰ ਐਗ ਦੇ ਨਾਲ IVF ਟ੍ਰੀਟਮੈਂਟ ਪਲਾਨ ਕਰਨੀ ਪੈਂਦੀ ਹੈ। ਤੇ ਇੰਨਾ ਜ਼ਿਆਦਾ ਖਰਾਬ ਹੋਣਾ ਕਾਰਨ ਡਰੱਗਸ ਹੀ ਨੇ ਸਾਰਾ ਕੁਝ? ਨਹੀਂ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸਟ੍ਰੈਸ ਸਭ ਤੋਂ ਇੰਪੋਰਟੈਂਟ ਫੈਕਟਰ ਇਨਫਰਟੀਲਿਟੀ ਦਾ ਸਟ੍ਰੈਸ ਹੈ। ਡਰੱਗਸ ਦਾ ਬਾਅਦ ਸਟ੍ਰੈਸ ਹੈ, ਓਵਰਵੇਟ, ਲੋਕ ਬਿਲਕੁਲ ਆਪਣੀ ਡਾਈਟ ਦਾ ਧਿਆਨ ਨਹੀਂ ਰੱਖਦੇ ਹੈ, ਬਿਲਕੁਲ ਕੋਈ ਐਕਸਰਸਾਈਜ਼ ਨਹੀਂ, ਕੋਈ ਜਿਮ ਨਹੀਂ, ਜੰਕ ਫੂਡ ਵੱਧ ਗਿਆ ਹੈ, ਲੇਡੀਜ਼ ਘਰ ਖਾਣਾ ਖਾ ਕੇ ਤੇ ਬਣਾ ਕੇ ਵੀ ਰਾਜੀ ਨਹੀਂ ਹੈ, ਸਾਰਾ ਕੁਝ ਹੋਮ ਡਿਲੀਵਰੀ। ਸੋ ਉਹ ਸਾਰੇ ਫੈਕਟਰਸ ਇਫੈਕਟ ਕਰ ਰਹੇ ਨੇ। ਤੇ ਕਈ ਪੇਸ਼ੈਂਟਸ ਅੰਡਰਵੇਟ ਨੇ, ਬਹੁਤ ਜ਼ਿਆਦਾ weight ਘੱਟ ਹੈ,
ਸੋ ਡਾਈਟ ਹੈਜ਼ ਟੂ ਬੀ ਮੋਨੀਟਰਡ ਐਂਡ ਬਿਲਕੁਲ ਹੈਲਦੀ ਡਾਈਟ, ਲੋ ਕਾਰਬ ਡਾਈਟ ਹੋਣੀ ਚਾਹੀਦੀ ਹੈ ਐਂਡ ਪ੍ਰੋਟੀਨ ਡਾਈਟ ਵਧਾਉਣਾ ਚਾਹੀਦਾ ਹੈ, ਐਗ ਮਿਲਕ ਇਨਟੇਕ ਵਧਾਉਣਾ ਚਾਹੀਦਾ ਹੈ। ਵਿਟਾਮਿਨ ਡੀ ਡੈਫੀਸ਼ੀਐਂਸੀ ਬਹੁਤ ਇੰਪੋਰਟੈਂਟ ਫੈਕਟਰ ਹੈ ਇਨਫਰਟੀਲਿਟੀ ਵਿੱਚ, ਦੋਨਾਂ ਵਿੱਚ। ਜੇ ਅਸੀਂ ਪਹਿਲਾਂ ਅਸੀਂ ਪ੍ਰੀ ਇਵੈਲੂਏਸ਼ਨ ਕਰਦੇ ਹਾਂ ਹਰ ਕੇਸ ਦੀ, ਸੋ ਵਿਟਾਮਿਨ ਡੀ ਸਪਲੀਮੈਂਟੇਸ਼ਨ ਬਿਫੋਰ ਐਨੀ ਟ੍ਰੀਟਮੈਂਟ, ਚਾਹੇ ਤੁਸੀਂ IUI ਕਰ ਰਹੇ ਹੋ ਚਾਹੇ IVF, ਪਹਿਲਾਂ ਅਸੀਂ ਵਿਟਾਮਿਨ ਡੀ ਸਟੋਰ ਪੇਸ਼ੈਂਟ ਦਾ ਦੇਖਦੇ ਹਾਂ। ਬਾਕੀ ਹਾਰਮੋਨ ਟੈਸਟ ਲਾਈਕ ਥਾਇਰੋਇਡ, ਪ੍ਰੋਲੈਕਟਿਨ, FSH, ਇਹ ਸਾਰਾ ਹਾਰਮੋਨਲ ਇਵੈਲੂਏਸ਼ਨ ਪੇਸ਼ੈਂਟ ਦਾ, ਸੋਨੋਗ੍ਰਾਫੀ, HSG, ਆ ਸਾਰੀ ਟ੍ਰੀਟਮੈਂਟ ਕਰਕੇ ਹੀ ਅਸੀਂ ਪਲਾਨ ਬਣਾਉਂਦੇ ਹਾਂ। ਇੱਕ ਇਹ ਵੀ ਪੁੱਛਣਾ ਚਾਹਾਂਗਾ, ਐਕਸਪੀਰੀਅੰਸ ਵੀ ਰਿਹਾ ਹੋਵੇ ਪੇਸ਼ੈਂਟਸ ਇੱਥੇ ਆਉਂਦਾ, ਕੋਈ ਪੇਸ਼ੈਂਟ ਇੱਥੇ ਆਉਂਦਾ ਹੋਵੇ ਵੀ ਪਹਿਲਾਂ ਤਾਂ ਉਹ ਆਇਆ ਹੋਵੇ ਵੀ ਮੈਨੂੰ ਕੋਈ ਉਮੀਦ ਨਹੀਂ ਹੈ, ਬੜਾ ਦੁੱਖ ਹੋਵੇ, ਬਾਅਦ ਚੋਂ ਫਿਰ ਵਧਾਈਆਂ ਦੇ ਕੇ ਗਿਆ ਹੈਗਾ ਲੱਡੂ ਬਣ। ਬਿਲਕੁਲ ਐਬਸੋਲੂਟਲੀ। ਅੱਜ ਸਾਡੇ ਕੋਲ ਇੱਕ ਇੱਦਾਂ ਦਾ ਹੀ ਪੇਸ਼ੈਂਟ ਐਡਮਿਟ ਹੋਇਆ ਹੈ, ਉਹਨੂੰ ਅੱਜ ਦੇ ਸਕੈਨ 'ਤੇ ਹੀ ਸਾਨੂੰ ਕੁਆਡਰਪਲੇਟ ਪ੍ਰੈਗਨੈਂਸੀ ਮਿਲੀ ਹੈ। ਦੇ ਆਰ ਸੋ ਹੈਪੀ ਬਿਕਾਜ਼ ਜਿੱਦਾਂ ਤੁਸੀਂ ਕਿਹਾ, ਪੇਸ਼ੈਂਟ ਬਹੁਤ ਨਿਰਾਸ਼ ਹੋ ਕੇ, ਬਹੁਤ ਕਈ ਵਾਰ ਪੰਡਿਤਾਂ ਦੇ ਚੱਕਰਾਂ 'ਚ ਪੈ ਜਾਂਦਾ ਹੈ, ਕਈ ਵਾਰ ਹੋਮੋਪੈਥਿਕ ਜਾਂ ਸਾਨੂੰ ਜਿਹਦਾ ਪਤਾ ਹੀ ਨਹੀਂ ਹੁੰਦਾ, ਉਹ ਟ੍ਰੀਟਮੈਂਟ ਕਿਸੇ ਨੇ ਦੱਸਿਆ, ਇਹ ਲੈ ਲਓ, ਉਹ ਲੈ ਲਓ, ਉਹ ਬੜਾ ਹੁੰਦਾ। ਆਈ ਥਿੰਕ ਸਭ ਨੂੰ ਆਪਣਾ ਕਾਜ਼ ਆਫ ਇਨਫਰਟੀਲਿਟੀ ਬਹੁਤ ਕਲੀਅਰ ਹੋਣਾ ਚਾਹੀਦਾ ਹੈ, ਫਿਰ ਟ੍ਰੀਟਮੈਂਟ ਪਲਾਨ ਸਭ ਲਈ ਬਣਾਉਣਾ ਈਜ਼ੀ ਹੈ। ਜੇ ਆਪਾਂ ਸਾਇੰਟੀਫਿਕਲੀ ਨਹੀਂ ਚੱਲਦੇ ਫਿਰ ਗੜਬੜ ਹੁੰਦੀ ਹੈ। ਸੋ ਦਿਸ ਪੇਸ਼ੈਂਟ ਜੋ ਹੁਣ ਮੈਂ ਤੁਹਾਡੀ ਗੱਲ ਦੱਸ ਰਹੀ ਹਾਂ, ਉਹ ਆਲਮੋਸਟ 12 ਸਾਲ ਤੋਂ ਬੱਚਾ ਨਹੀਂ ਹੋ ਰਿਹਾ ਸੀ, ਤੇ ਹੁਣ ਜਦ ਅਸੀਂ ਸਕੈਨ ਕੀਤਾ, IVF ਕੀਤਾ ਉਹਨਾਂ ਦਾ ਲਾਸਟ ਮੰਥ, ਇੱਕ ਕੁਆਡਰਪਲੇਟ ਪ੍ਰੈਗਨੈਂਸੀ ਹੈ। ਉਹਨਾਂ ਮਤਲਬ ਉਹ ਖੁਸ਼ੀ ਦੇਖ ਕੇ, ਉਹ ਹੈਪੀਨੈਸ ਦੇਖ ਕੇ ਬਹੁਤ ਵਧੀਆ ਲੱਗਦਾ। ਬੱਚਾ ਉਹਨਾਂ ਦਾ ਹਾਂਜੀ, ਬੱਚਾ ਉਹਨਾਂ ਦਾ ਹੈ। ਹਾਂਜੀ, ਸੁਣਿਆ ਟ੍ਰੀਟਮੈਂਟ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ। ਦੇਖੋ IVF 'ਚ ਜੋ ਅਸੀਂ ਡਰੱਗਸ ਯੂਜ਼ ਕਰਦੇ ਹਾਂ ਉਹ ਐਕਸਪੈਂਸਿਵ ਡਰੱਗਸ ਨੇ। IVF ਦੀ ਲੈਬ ਦੀ ਕੋਸਟ, ਮੀਡੀਆ ਦੀ ਕੋਸਟ, ਐਮਬ੍ਰੀਓਲੋਜੀ ਡੈਫੀਨੇਟਲੀ ਦ ਐਕਸਪੈਂਸ ਗੋਜ਼ ਹਾਈ, ਬਟ ਜਿੱਦਾਂ ਮੈਂ ਗੱਲ ਕੀਤੀ ਹੈ, ਹਰ ਪੇਸ਼ੈਂਟ ਦਾ ਇੰਡੀਵਿਜੂਅਲਾਈਜ਼ਡ ਪ੍ਰੋਟੋਕੋਲ ਹੁੰਦੀ ਹੈ। ਸਾਡੇ ਕੋਲ ਲੋ ਡੋਜ਼ ਲੋ ਕਾਸਟ IVF ਵੀ ਅਸੀਂ ਕਰਦੇ ਹਾਂ, ਠੀਕ ਹੈ, ਜਿਹਦੇ ਵਿੱਚ ਪੇਸ਼ੈਂਟ ਦਾ ਉਸ ਹਿਸਾਬ ਨਾਲ ਟ੍ਰੀਟਮੈਂਟ ਪਲਾਨ ਜੋਟ ਡਾਊਨ ਕੀਤਾ ਜਾਂਦਾ ਹੈ। ਸਾਡੇ ਕੋਲ ਈਜ਼ੀ EMI ਫੈਸਿਲਿਟੀਜ਼ ਵੀ ਹੈ ਈਵਾ ਵਿੱਚ, ਅਸੀਂ ਨਹੀਂ ਇੰਟਰੋਡਿਊਸ, ਕਿਉਂਕਿ ਬਹੁਤ ਸਾਰੇ ਲੋਕ ਇੰਨਾ ਅਫੋਰਡ ਨਹੀਂ ਕਰ ਸਕਦੇ IVF ਦੀ ਟ੍ਰੀਟਮੈਂਟ, ਤਾਂ ਅਸੀਂ ਬੈਂਕ ਦੇ ਨਾਲ ਟਾਈ ਅਪ ਕੀਤਾ ਹੈ ਤੇ ਪੇਸ਼ੈਂਟ ਨੋ ਇੰਟਰਸਟ EMI ਤੇ ਵੀ ਆ ਕੇ IVF ਪ੍ਰੋਸੈਸ ਕਰਾ ਸਕਦਾ ਹੈ। ਮਤਲਬ ਜੇ ਪੈਸੇ ਬੰਦੇ ਕੋਲ ਘੱਟ ਵੀ ਹੈ, ਇੰਸਟਾਲਮੈਂਟ ਤੇ ਕਰਕੇ ਮਤਲਬ ਘਰੇ ਖੁਸ਼ੀਆਂ ਲੈ ਕੇ ਜਾ ਸਕਦਾ। ਜੇ ਇੱਥੇ ਦੁਖੀ ਬੰਦਾ ਆ ਸਕਦਾ, ਖੁਸ਼ੀਆਂ ਲੈ ਕੇ ਜਾ ਸਕਦਾ। ਤਾਂ ਹੁਣ ਪੇਨਫੁਲ ਹੈ ਕਿ ਨਹੀਂ, ਕਿਉਂਕਿ ਲੋਕਾਂ ਨੂੰ ਇਹ ਵੀ ਡਰ ਹੁੰਦਾ ਵੀ ਇਹ ਜਿਹੜਾ ਪ੍ਰੋਸੀਜਰ ਹੈ ਕਾਫੀ ਪੇਨਫੁਲ ਵੀ ਆ, ਉਹਦੇ ਬਾਰੇ ਵੀ ਬੜਾ ਦੱਸੋ। ਬਿਲਕੁਲ ਨਹੀਂ ਜੀ, ਇਹ ਬਹੁਤ ਮਿਥ ਹੈ IVF ਦੇ ਵਿੱਚ ਕਿ ਬਹੁਤ ਸਾਰੇ ਇੰਜੈਕਸ਼ਨਸ ਲੱਗਦੇ ਹੈ ਤੇ ਬਹੁਤ ਪੇਨਫੁਲ ਪ੍ਰੋਸੀਜਰ ਹੈ। ਇੱਦਾਂ ਨਹੀਂ ਹੈ। ਜਿੱਦਾਂ ਇੱਕ ਡਾਇਬੀਟਿਕ ਮਰੀਜ਼ ਹੈ ਜਾਂ ਸ਼ੂਗਰ ਦਾ ਮਰੀਜ਼ ਹੈ, ਰੋਜ਼ ਆਪਣੇ ਆਪ ਪੇਟ ਤੇ ਟੀਕੇ ਲਗਾ ਸਕਦਾ ਹੈ ਸਬਕਿਊਟੇਨੀਅਸ, ਤਾਂ ਸਾਰੇ ਹਾਰਮੋਨ ਸਾਡੇ ਸਬਕਿਊਟੇਨੀਅਸ ਲੱਗਦੇ ਆ। ਕਈ ਵਾਰ ਤਾਂ ਅਸੀਂ 4-4, 5-5 ਦਿਨ ਦੇ ਇੰਜੈਕਸ਼ਨ ਪੇਸ਼ੈਂਟ ਨੂੰ ਵੀ ਦੇ ਦਿੰਦੇ ਹਾਂ ਕਿ ਤੁਸੀਂ ਆਪ ਲਗਾ ਸਕਦੇ ਹੋ। ਇਟ ਇਜ਼ ਵੈਰੀ ਈਜ਼ੀ ਟੂ ਟੀਚ ਦ ਪੇਸ਼ੈਂਟ ਕਿ ਉਹ ਆਪ ਦੇ ਇੰਜੈਕਸ਼ਨ ਜਿੱਦਾਂ ਅਸੀਂ ਡੋਜ਼ ਲਿਖ ਕੇ ਦਿੰਦੇ ਹਾਂ ਕਿ ਲਗਾ ਸਕਦੇ ਹਾਂ, ਤਾਂ ਪੇਨਫੁਲ ਬਿਲਕੁਲ ਵੀ ਨਹੀਂ ਹੈ ਪ੍ਰੋਸੀਜਰ। दूसरी गल है, कोई हॉस्पिटलाइजेशन, इट्स अ डे केयर प्रोसीजर। पेशेंट आता है, अपनी अल्ट्रासाउंड करता है, ब्लड टेस्ट करता है, इंजैक्शन लगाता है तो चले जाता है। दैन साढ़े मेन पिकअप तो ट्रांसफर डे होंगे है। पिकअप वाले दिन असी 2 घंटे पेशेंट को एडमिट रखते हैं, जिद जब एग्स तैयार हो जाते हैं तो असी बेहोशी दैट प्रोसीजर इज़ पेनफुल, तो वो प्रोसीजर होंगे ही शॉर्ट जनरल एनेस्थीसिया है। वो असी एग रिट्रीव करते हैं तो फिर ट्रांसफर डे 3 या डे 5 तो ट्रांसफर इज़ जस्ट लाइक IUI, उस असी एनेस्थीसिया नहीं यूज़ करते हैं। सो देर पिकअप तो ट्रांसफर दोनों के बाद 2 घंटे बाद पेशेंट घर जा सकता है। देर इज़ नो नीड फॉर हॉस्पिटलाइजेशन। धन्यवाद जी, तुहाडा बहुत बहुत थैंक यू जी। आई होप ये इंटरव्यू साड़ी आम जनता नूं मोटिवेट करे कि इनफर्टिलिटी हुण कोई बाजपन, कोई टैबू नहीं रह गया सोसाइटी। तो प्लीज़ अगे आके अपनी ट्रीटमेंट कराओ, बिकॉज हर माँ बनन का सपना हर लेडी का पूरा करने लई बहुत साइंटिफिक फैसिलिटीज़ आ गई ने। हर लेडी नूं माँ बनन का अधिकार है। थैंक यू। ਤਾਂ ਹੁਣ ਜਿਹੜੇ ਇੱਥੇ ਪੇਸ਼ੈਂਟਸ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ, ਪੁੱਛਦੇ ਆ ਵੀ ਕਦੋਂ ਦੀਆਂ ਦਰ ਦੀਆਂ ਠੋਕਰਾਂ ਖਾ ਰਹੇ ਸੀ, ਕਦੋਂ ਇੱਥੇ ਆਉਂਦੇ ਨੇ, ਕਿੱਦਾਂ ਸਾਰਾ ਕੁਝ ਪਤਾ ਲੱਗਦਾ। ਹੁਣ ਸੁਣਿਆ ਵੀ ਅੱਜ ਖੁਸ਼ਖਬਰੀ ਮਿਲੀ ਆ, ਦੱਸੋਗੇ ਦਰਸ਼ਕਾਂ ਨੂੰ ਮਾੜਾ ਜਿਹਾ। ਹਾਂਜੀ ਸਰ, ਅੱਜ ਸਕੈਨ ਕੀਤੀ ਸੀ ਤੇ ਉਹਨਾਂ ਦੇ ਵਿੱਚ 4 ਬੇਬੀ ਕਨਸੀਵ ਹੋਏ ਆ ਤੇ ਬਹੁਤ ਖੁਸ਼ੀ ਹੋਈ ਹੈ। 4 ਬੇਬੀ ਕਨਸੀਵ। ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਵੱਖ-ਵੱਖ ਪਾਸੇ ਜਾ ਰਹੇ ਸੀਗੇ, ਵੱਖ-ਵੱਖ ਡਾਕਟਰਾਂ ਕੋਲ ਵੀ ਗਏ ਹੋਣੇ ਹੋ, ਕਿੰਨੇ ਸਾਲ ਤੋਂ ਲੱਗੇ ਹੋਏ ਸੀ ਇਸ ਬਾਰੇ? ਸਾਨੂੰ ਤਕਰੀਬਨ 2 ਸਾਲ ਤਾਂ ਹੋ ਹੀ ਗਏ ਸਰ। ਕਾਫੀ ਜਗ੍ਹਾ ਤੇ ਅਸੀਂ ਮਤਲਬ ਗਏ, ਸਾਨੂੰ ਨਹੀਂ ਫਾਇਦਾ ਹੋਇਆ, ਇੱਥੋਂ ਸਾਨੂੰ ਸਭ ਕੁਝ ਮਿਲਿਆ ਹੈ। ਹਾਂਜੀ। ਤੇ ਬੇਬੀ ਵੀ ਫਿਰ ਜਿਹੜੇ 4 ਹੋ ਰਹੇ ਆ ਤੁਹਾਡੇ ਦੋਵਾਂ ਦੇ ਹੀ ਆ ਬੇਬੀ IVF ਨਾਲ ਹੋ ਰਹੀ? ਹਾਂਜੀ ਹਾਂਜੀ, ਮੈਮ ਤੇ ਸਾਨੂੰ ਪੂਰਾ ਵਿਸ਼ਵਾਸ ਸੀ, ਬਹੁਤ ਨਾਈਸ ਨੇ। ਤੇ ਅੱਜ ਜਦੋਂ ਸਕੈਨ ਹੋਇਆ, ਦੱਸਿਆ, ਯਕੀਨ ਹੋਇਆ ਕਿ ਨਹੀਂ ਹੋਇਆ? ਪਹਿਲੇ ਤਾਂ ਯਕੀਨ ਸ਼ਾਇਦ ਹੋਇਆ ਵੀ ਨਹੀਂ ਹੋਣਾ। ਹਾਂਜੀ ਹਾਂਜੀ, ਬਹੁਤ ਖੁਸ਼ੀ ਹੋਈ ਹੈ ਸਰ।